राग तनासरी महला पहला। गगन में थालो रवे चंद दीपक बने, तारे का मंडल जनक मोती, धूप मलान लो पवन चवरो करे, सगल बन राय फूलंत ज्योति। कैसी आरती होए पवखंड ना तेरी आरती, अनहता शब्द वाजंत भेरी रहाओ। कैसी आरती होए पवखंड ना तेरी आरती, अनहता शब्द वाजंत भेरी रहाओ। सहस तब नैन नान नैन है तोहे को, सहस मूर्ते नना एक तो ही। सहस पद विमल नानेक पद, गंध बिन सहस तब गंध। इव चरत मोही सब मह जोते जोते है सोए, तिस दै चानने सब मह चानण होए। गुर साखी जो ते प्रगट होए, जो तिस भावै सो आरती होए। हर चरण कंवल मकरंद लोभित मनो, आंदनो मोहे आही प्यासा। कृपा जल देह नानक सारिंग को, होए जा ते तेरा नाए वस। कृपा जल देह नानक सारंग को, होए जाते तेरा नाए वस। आ महले पहले दा गुरु बाबे नानक दा शब्द जो ਸੋਹਲੇ ਵਿੱਚ ਪਾਠ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉਹਦਾ ਅਸੀਂ ਗਿਆਨ ਲਈ ਆ ਰਹੇ ਹਾਂ। ਪਿਛਲੀ ਚੌਂਕੀ 'ਚ ਅਸੀਂ ਆਰਤਾ ਸਾਫ਼ ਕੀਤਾ ਸੀ ਅਤੇ ਨਾਲ ਹੀ ਆ ਸ਼ਬਦ ਸ਼ੁਰੂ ਕਰ ਦਿੱਤਾ ਸੀ ਆਰਤੀ ਦਾ, ਵੀ ਆਰਤੀ ਆਰਤਾ ਜਿਹੜੇ ਲਫ਼ਜ਼ ਆਉਂਦੇ ਹੈ। ਪਿਛਲੀ ਬੈਠਕ 'ਚ ਆਰਤਾ ਸਾਫ਼ ਹੋ ਗਿਆ ਸੀ। ਹੁਣ ਆਰਤੀ ਦਾ ਅਸੀਂ ਇਹ ਸ਼ਬਦ ਜਿਹੜਾ ਵਿੱਚ ਆਰਤੀ ਆਉਂਦੀ ਹੈ ਲਫ਼ਜ਼, ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਬਾਣੀ ਨੂੰ। ਬਾਣੀ ਨਾਲ ਪਹਿਲਾਂ ਤਾਂ ਸਾਰਾ ਜਿਹੜਾ ਹੈ ਮਹੱਲੇ ਪਹਿਲੇ ਦਾ ਸ਼ਬਦ ਹੈ ਤਨਾਸਰੀ ਰਾਗ 'ਚ, ਇਹਦਾ ਰਹਾਉ ਦੀ ਤੁਕ ਅਸੀਂ 2 ਵਾਰੀ ਪੜ੍ਹ ਲਈਏ। ਜੇ ਰਹਾਉ ਸਮਝ ਗਏ ਸਾਰਾ ਸ਼ਬਦ ਸਮਝ ਜਾਵਾਂਗੇ। ਔਰ ਜਿੰਨੀ ਕੁ ਮਤ ਮਹਾਰਾਜ ਦੇਵੇ, ਬਹੁਤ ਡੂੰਘੇ ਵੈਣ ਹੈ ਗੁਰੂ ਨਾਨਕ ਦੇਵ ਜੀ ਦੇ, ਜਿਨ੍ਹਾਂ ਦੀ ਮੁਸਲਮਾਨ ਲਖਾਰੀ ਸੱਤਾ ਜੀ ਅਤੇ ਬਲਵੰਡਾ ਜੀ ਲਿਖਦੇ ਨੇ, ਨਾਨਕ ਈਸ਼ਰ ਜਗਨਨਾਥ ਉੱਚ ਹੱਦੀ ਵੈਣ ਵਿਰਕਿਓਨ। ਐਡੀਆਂ ਹੱਦਾਂ ਹੀ ਟੱਪ ਗਏ। ਔਰ ਉਹੋ ਹੀ ਸਾਡੇ ਲਈ ਈਸ਼ਵਰ ਦੇਵਤਾ, ਬੜੇ ਬੜੇ ਦੇਵਤੇ, ਸਭ ਕੁਛ ਸਾਡੇ ਲਈ ਗੁਰੂ ਬਾਬਾ ਨਾਨਕ ਹੈ, ਜਿਹਦਾ ਗਿਆਨ ਐਡਾ ਉੱਚਾ ਹੈ। ਔਰ ਉਹਨਾਂ ਨੇ ਲਿਖਿਆ ਵੀ ਨਾਨਕ ਹੀ ਈਸ਼ਵਰ ਜਗਨਨਾਥ, ਸਾਰੀ ਦੁਨੀਆ ਸਭ ਜਗਨਨਾਥ ਉੱਚ ਹੱਦੀ ਵੈਣ। ਹੱਦਾਂ ਹੀ ਟੱਪ ਗਏ ਉਹਦੇ ਵੈਣ, ਉਹਦੇ ਸ਼ਬਦ। ਅਤੇ ਇਸ ਕਰਕੇ ਉਹਨਾਂ ਨੂੰ ਖੋਲ੍ਹਣਾ ਕੋਈ ਆਸਾਨ ਕੰਮ ਨਹੀਂ ਹੈ। ਇਹ ਕੰਮ ਇੰਨਾ ਮੁਸ਼ਕਿਲ ਹੈ ਗੁਰੂ ਬਾਬੇ ਨਾਨਕ ਦੇ ਸ਼ਬਦ ਖੋਲ੍ਹਣੇ, ਜਿੱਦਾਂ ਸੱਪ ਦੇ ਸਿਰੋਂ ਕੌਡੀ ਲਿਆਉਣੀ ਹੁੰਦੀ ਹੈ। ਮਸਾਂ ਕਿਤੇ ਸ਼ਬਦਾਂ ਨਾਲ ਸ਼ਬਦ ਖੁੱਲ੍ਹਣਗੇ। ਪਰ ਜਿੰਨੀ ਕੁ ਬੁੱਧੀ ਮਹਾਰਾਜ ਬਖਸ਼ਦਾ ਹੈ, ਇਹ ਸ਼ਬਦ ਅਸੀਂ ਆਰਤੀ ਦਾ ਪੜ੍ਹਦੇ ਹਾਂ, ਲੇਕਿਨ ਅਸੀਂ ਕਦੀ ਦੇਖਦੇ ਨਹੀਂ ਵੀ ਰਹਾਉ ਦੇ ਵਿੱਚ ਜਿਹੜੀਆਂ ਤੁਕਾਂ ਹੈ ਉਹਦੇ ਦੁਆਲੇ ਸਾਰਾ ਸ਼ਬਦ ਭਾਉਂਦਾ ਹੈ। ਜਿੱਦਾਂ ਪਹੀਆ ਐਕਸਲ ਦੇ ਦੁਆਲੇ ਭਾਉਂਦਾ ਹੈ, ਇੱਦਾਂ ਸਾਰੇ ਸ਼ਬਦ ਅਰਥ ਦੇ ਜਿਹੜਾ ਰਹਾਉ ਹੈ ਉਹਨੂੰ ਸਮਝ ਕੇ ਸਾਰਾ ਸ਼ਬਦ ਉਹਦੇ 'ਤੇ ਵੜਦਾ ਹੈ। ਇਸ ਕਰਕੇ ਆਓ ਪਹਿਲਾਂ ਰਹਾਉ ਪੜ੍ਹ ਲਈਏ ਅੱਛੀ ਤਰ੍ਹਾਂ। ਕੈਸੀ ਆਰਤੀ ਹੋਏ, ਅੱਗੇ 2 ਡੰਡੀਆਂ ਮੈਂ ਉੱਥੇ ਫੁੱਲ ਸਟਾਪ ਦੇਣਾ ਪੈਣਾ। ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਆਰਤੀ ਜੋ ਬ੍ਰਹਮਣ ਜਾਂ ਸਾਰੇ ਕਰਦੇ, ਸਾਡੇ ਵੀ ਸਿੱਖ
ਸਤਿਕਾਰ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਤਾਰਦੇ, ਕਈ ਕੁਛ ਕਰ ਰਹੇ, ਪਰ ਪਿਆਰ 'ਚ ਅਗਿਆਨਤਾ ਹੈ। ਆਰਤੀ ਬਾਬਾ ਨਾਨਕ ਇਸ ਸ਼ਬਦ 'ਚ ਉਸੇ ਆਰਤੀ 'ਤੇ ਚੋਟ ਲਾ ਰਿਹਾ, ਕਿਉਂਕਿ ਇਸ ਸ਼ਬਦ ਦੇ ਵਿੱਚ ਇੱਕ ਐਸੀ ਚੀਜ਼ ਮਿਲਦੀ ਹੈ ਕਿ ਜਿੱਥੇ ਸ਼ਬਦ ਪੜ੍ਹਿਆ ਗਿਆ ਉਹਦਾ ਲਫ਼ਜ਼, ਉਸ ਹਵਾ ਦੀ ਖੁਸ਼ਬੂ ਦਾ ਲਫ਼ਜ਼ ਲਿਖਿਆ, ਜਿਹੜਾ ਅਸੀਂ ਜਿੱਥੇ ਆਏਗਾ ਦੱਸਾਂਗੇ। ਔਰ ਇਹ ਟੈਗੋਰ ਪਿੱਛੇ ਵੀ ਦੱਸਿਆ ਸੀ ਵੀ ਟੈਗੋਰ ਜਿਹਨੇ ਨੋਬਲ ਪ੍ਰਾਈਜ਼ ਲਈ ਉਸ ਬੰਗਾਲੀ ਨਾਲ, ਐਡਾ ਵੱਡਾ, ਉਹ ਇਸ ਸ਼ਬਦ ਦਾ ਆਸ਼ਿਕ ਸੀ ਵੀ ਕੈਸੀ ਨੇਚਰ ਦੀ ਚੀਜ਼ ਦੱਸੀ ਹੈ ਗੁਰੂ ਬਾਬੇ ਨਾਨਕ ਨੇ। ਔਰ ਤੁਸੀਂ ਆਪ ਹੀ ਥੋੜ੍ਹੇ ਥੋੜ੍ਹੇ ਜਿੱਦਾਂ ਸਾਨੂੰ ਮਤਲਬ ਆਉਂਦੇ ਹੈ, ਅਸੀਂ ਉਸੇ ਤਰ੍ਹਾਂ ਸਾਰੀ ਨੇਚਰ ਡਿਸਕਸ ਕੀਤੀ ਹੈ। ਬਾਹਰਲੀ ਆਰਤੀ ਬ੍ਰਾਹਮਣ ਥਾਲ ਲੈ ਕੇ, ਇੱਕ ਉਹਦੇ ਵਿੱਚ ਦੀਵੇ ਬਾਲ ਕੇ, ਫਿਰ ਧੂਫ ਰੱਖ ਕੇ ਵੀ ਖੁਸ਼ਬੂ ਵੀ ਆਵੇ, ਬੱਤੀਆਂ ਵੀ ਜਗਣ, ਫਿਰ ਉਹ ਥਾਲ ਮੂਰਤੀ ਦੇ ਆਲੇ ਦੁਆਲੇ ਸਾਰੇ ਐਨ ਆਰਤੀ ਕਰਦੇ। ਸਭ ਨੇ ਦੇਖੀ ਹੋਣੀ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ 'ਚ ਕਈ ਕਰ ਰਹੇ ਨੇ, ਪਰ ਉਹ ਅਸੀਂ ਕਹਿੰਦੇ ਹੁੰਦੇ ਹਾਂ ਵੀ ਅੰਨੀ ਸ਼ਰਧਾ ਕਿ ਅਗਿਆਨਤਾ। ਬਾਬਾ ਨਾਨਕ ਕਦੀ ਨਹੀਂ ਸਾਨੂੰ ਮੂਰਤੀਆਂ ਵਾਂਗੂ ਕੋਈ ਚੀਜ਼ ਪੂਜਣ ਲਈ ਜਾਂ ਆਰਤੀ ਉਤਾਰਨ ਲਈ ਦੇ ਸਕਦਾ। ਆਰਤੀ ਸਮਝੋ, ਗੁਰੂ ਬਾਬਾ ਕਹਿੰਦਾ ਵੀ ਤੁਸੀਂ, ਕਿਉਂਕਿ ਐਸੀ ਜਗ੍ਹਾ ਜਗਨਨਾਥ ਮੰਦਰ ਜਾਂ ਕਿਹੜਾ ਬਹੁਤ ਵੱਡਾ ਮੰਦਰ ਦੇ ਸਮੁੰਦਰ ਦੇ ਕੰਢੇ ਸਾਰੇ, ਉੱਥੇ ਬਾਬਾ ਗਿਆ ਜਿੱਥੋਂ ਸਾਫ਼ ਜ਼ਾਹਰ ਹੁੰਦਾ, ਅਤੇ ਉਹ ਕਹਿੰਦੇ ਅੰਦਰ ਆਰਤੀ ਕਰ ਰਹੇ ਸੀ ਬ੍ਰਾਹਮਣ ਉਸ ਦੀ, ਔਰ ਦੁਨੀਆ ਇਕੱਠੀ ਸਾਰੀ। ਬਾਬੇ ਨੇ ਬਾਹਰ ਸ਼ਬਦ ਉਚਾਰਿਆ ਕਿ ਇਹ ਕੀ ਆਰਤੀ ਹੈ, ਇਹ ਅਕਾਲ ਪੁਰਖ ਮੈਂ ਤੇਰੀ ਆਰਤੀ ਕਰਦਾ। ਕੈਸੀ ਆਰਤੀ ਹੋਏ, ਐਨ ਸੰਬੋਧਨ ਕਰ ਰਹੇ ਨੇ ਜਿਹੜੇ ਆਰਤੀ ਕਰ ਰਹੇ ਹੈ। ਜਾਂ ਗੁਰੂ ਗ੍ਰੰਥ ਸਾਹਿਬ ਦੀ ਵੀ ਅਸੀਂ ਆਰਤੀ ਉਤਾਰਦੇ ਹਾਂ, ਜਾਂ ਸਾਡੇ ਰਿਵਾਜ਼ ਪੈ ਗਿਆ ਉਹਨਾਂ ਲਈ। ਬਾਬਾ ਨਾਨਕ ਕਹਿੰਦਾ ਕੀ ਆਰਤੀ ਕਰ ਰਹੇ ਹੋ ਤੁਸੀਂ, ਇਹ ਕਿਹੜੀ ਆਰਤੀ ਹੈ? ਸਿੱਧੇ ਜਿਹੇ ਲਫ਼ਜ਼ਾਂ 'ਚ ਕੈਸੀ ਆਰਤੀ ਹੋਏ। ਅੱਗੇ ਦੋ ਡੰਡੀਆਂ ਹੈ, ਅੱਗੇ ਮਹਾਰਾਜ ਕਹਿੰਦੇ ਮੈਂ ਭਾਵ ਖੰਡ ਨਾਲ ਤੇਰੀ ਆਰਤੀ ਕਰਦਾ ਹਰ ਵੇਲੇ। ਭਾਵ ਖੰਡ ਨਾਲ ਅਕਾਲ ਪੁਰਖ ਨੂੰ ਕਿਹਾ ਹੈ, ਮੈਂ ਇਸ ਤਰ੍ਹਾਂ ਨਹੀਂ ਆਰਤੀ ਤਾਰਦਾ ਕਿਸੇ ਮੂਰਤੀ ਦੀ ਜਾਂ ਕਿਤਾਬ ਦੀ। ਕੈਸੀ ਆਰਤੀ ਹੋਏ, ਭਾਵ ਖੰਡ ਨਾਲ ਤੇਰੀ ਆਰਤੀ। ਔਰ ਉਹਦੇ 'ਚ ਸਭ ਤੋਂ ਵੱਡੀ ਚੀਜ਼ ਕੀ ਹੈ ਵੀ ਮੈਂ ਅਨਹਦ ਸ਼ਬਦ ਮੇਰੇ ਵੱਜ ਰਿਹਾ ਅੰਦਰ ਬਾਹਰ, ਔਰ ਸਾਰੀ ਨੇਚਰ 'ਚ ਜਾਂ ਸਾਰੇ ਅੰਦਰ ਬਾਹਰ, ਧਰਤ ਪਤਾਲ ਆਕਾਸ਼ ਸਾਰੇ ਅੰਦਰ ਅਭਿਆਸੀ ਦੇ, ਜਾਂ ਗੁਰੂ ਬਾਬੇ ਨਾਨਕ ਦੀ ਐਸੀ ਹਾਲਤੀ ਹੈ ਵੀ ਕਹਿੰਦਾ ਅਨਹਤਾ ਸ਼ਬਦ ਆਵਾਜ਼ ਅੰਤ ਭੇਰੀ। ਤੁਸੀਂ ਤੇ ਥਾਲੀ 'ਚ ਆਰਤੀ ਪਾ ਕੇ ਆਲੇ ਦੁਆਲੇ ਛੇਣੇ ਤੂਤੀਆਂ ਹੋਰ ਕਈ ਕੁ ਵਜਾਉਂਦੇ, ਮੇਰਾ ਅਨਹਦ ਸ਼ਬਦ ਹੀ ਸਭ ਕੁਛ ਅੰਦਰ, ਪੂਰਾ ਔਰਕੈਸਟਰਾ, ਪੂਰੇ ਸਾਜ਼, ਪੂਰਾ ਪਤਾ ਨਹੀਂ ਕੀ ਕੁਛ ਹੈ, ਐਡਾ ਵਲਪਚੂਅਸ ਮਿਊਜ਼ਿਕ ਮੇਰੇ ਅੰਦਰ ਹੋ ਰਿਹਾ। ਔਰ ਮੈਂ ਉਹ ਆਰਤੀ ਹੈ। ਇਹ ਤੁਸੀਂ ਬਾਹਰ ਕੀ ਆਰਤੀ ਹੋਈ, ਇਸ ਕਰਕੇ ਰਹਾਉ ਲਾਇਆ ਵੀ ਸਿਰਫ ਅਕਾਲ ਪੁਰਖ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਉਹਦੀ ਬੰਦਗੀ ਕਰਨ ਲੱਗੇ, ਨਾਮ ਜਪਣ ਵੇਲੇ ਸਾਰੇ ਇਹਨਾਂ ਆਰਤੀਆਂ 'ਚ ਬਾਹਰ ਜੋ ਦੁਨੀਆ ਰਿਵਾਜ ਬਾਣੀ ਦੇ ਲਿਹਾਜ਼ ਨਾਲ ਇਹ ਅਗਿਆਨਤਾ ਹੈ। ਬਾਬੇ ਨਾਨਕ ਦਾ ਇੱਕ ਸ਼ਬਦ ਆ ਸਮਝ ਗਏ ਤੁਸੀਂ ਵੀ ਪਿਆਰ ਦੇ ਨਾਲ ਉਹਨਾਂ ਨੂੰ, ਕਿਉਂਕਿ ਜੋ ਹੋ ਰਿਹਾ ਹੈ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ। ਸਾਰੀ ਇਸੇ ਗੱਲ ਦੀ ਵੀ ਬਾਣੀ ਦੀ ਅਗਿਆਨਤਾ ਹੈ। ਇਹ ਸ਼ਬਦ ਅਸੀਂ ਰੋਜ਼ ਕੀਰਤਨ ਸੋਹਲੇ ਦੇ ਪਾਠ 'ਚ ਰਾਤ ਨੂੰ ਪਿਆਰ ਸਤਿਕਾਰ ਨਾਲ ਪੜ੍ਹਦੇ ਹਾਂ, ਔਰ ਇਹਦਾ ਮਤਲਬ ਦੇਖੋ, ਕਦੀ ਕਿਸੇ ਨੂੰ ਇੱਕ ਮਤਲਬ ਸਮਝ ਨਹੀਂ ਸਾਰੀ ਉਮਰ ਆਉਂਦੇ, ਇਸ ਕਰਕੇ ਉਹ ਤੋਂ ਗਿਆਨ ਨਹੀਂ ਫੜ ਸਕਦੇ। ਜਦਕਿ ਬਾਬੇ ਦਾ ਹੁਕਮ ਹੈ ਵੀ ਇਹ ਜਿਹੜੀ ਬਾਣੀ ਦਿੱਤੀ ਹੈ, ਪਰ ਹੁਕਮ ਉਹਨਾਂ ਦਾ ਤਾਂ ਨਹੀਂ, ਦੱਖਣੀ ਓਂਕਾਰ 'ਚੋਂ ਦੱਸਦੇ ਵੀ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਆਮਤ ਨਿਰੰਤਰੇ ਸਾਚਾ। ਆਪਣੇ ਅੰਦਰੋਂ ਅੰਦਰ ਦੇ ਅੰਦਰ ਖੜਾ ਕਰੇ, ਉਹ ਜਿਹੜਾ ਲੁਕਿਆ ਪਿਆ ਹੈ, ਗੋਪਿਆ ਪਿਆ ਹੈ, ਉਹਨੂੰ ਖੜਾ ਕਰੇ ਅੰਦਰ ਦੇ ਅੰਦਰ। ਮਤਲਬ ਬਾਣੀ ਨੂੰ ਸਮਝ ਕੇ ਸੂਝੇ ਪੜ੍ਹ ਪੜ੍ਹ ਬੂਝੇ, ਉਹਦੇ ਹਿਸਾਬ ਨਾਲ ਹੁਣ ਸ਼ਬਦ ਖੁੱਲ੍ਹੇਗਾ ਵੀ ਅੰਦਰ ਆਰਤੀ ਹੋ ਰਹੀ ਹੈ, ਅੰਦਰ ਸਭ ਕੁਛ ਹੈ। ਔਰ ਅਨਹਤਾ ਸ਼ਬਦ ਜਿਹੜਾ ਅਨਹਦ ਸ਼ਬਦ ਵੱਜਣਾ ਹੈ, ਇਹੋ ਹੀ ਸਾਰੀ ਪਹਿਲੀ ਖੇਡ ਹੈ ਵੀ ਇੰਨਾ ਅਨਹਦ ਸ਼ਬਦ ਵੱਜਣ ਲੱਗ ਪੈਂਦਾ ਅੰਦਰ, ਪਈ ਉਹ ਧਰਤ ਪਤਾਲ ਅੰਦਰ ਗਗਨ ਖੁੱਲ੍ਹ ਜਾਂਦਾ ਹੈ।
इस करके ये सारे सारे लफज आउणगे। ਪਹਿਲਾਂ ਅਸੀਂ ਸਿੱਧਾ ਸਿੱਧਾ ਮਤਲਬ ਜਿੰਨਾ ਕੁ ਸਮਝ ਆਉਂਦਾ ਗੁਰੂ ਮਹਾਰਾਜ ਸਮਝਾਉਂਦਾ ਉੱਦਾਂ ਪਹਿਲਾਂ ਅਸੀਂ ਕਹਿ ਲਈਏ। ਰਹਾਉ ਦੀ ਤੁਕ ਹੈ ਕੈਸੀ ਆਰਤੀ ਹੋਏ, ਮੈਂ ਨਹੀਂ ਇਹੋ ਜਿਹੀ ਆਰਤੀਆਂ ਕਰਦਾ। ਪਾਵਖੰਡ ਨਾ ਤੇਰੀ ਆਰਤੀ, ਮੈਂ ਅਕਾਲ ਪੁਰਖ ਦੀ ਪੂਜਾ ਉਹਦਾ ਨਾਮ ਜਪ ਜਪ ਕੇ ਅੰਦਰ ਉਹਨੂੰ ਖਿਆਲ 'ਚ ਰੱਖਦਾ, ਮੈਂ ਕਿਸੇ ਹੋਰ ਨੂੰ ਨਹੀਂ। ਇਸ ਕਰਕੇ ਅੰਦਰ ਅੰਦਰ ਆਰਤੀ ਹੋ ਰਹੀ ਹੈ। ਕੈਸੀ ਆਰਤੀ ਹੋਏ ਪਾਵਖੰਡ ਨਾ ਤੇਰੀ ਆਰਤੀ। ਔਰ ਤੇ ਅਨਹਤਾ ਸ਼ਬਦ ਵਾਜੰਤ, ਵੱਜ ਰਿਹਾ ਸ਼ਬਦ ਭੇਰੀ ਕਹਿੰਦੇ ਆ ਜਿਹੜਾ ਸਾਜ਼ ਕਲਾਰਨਟ ਹੁੰਦਾ, ਕਲਾਰਨਟ ਵਾਂਗੂ ਔਰ ਜਾਂ ਮਿੱਠੇ ਸਾਜ਼, ਇਸੇ ਨੂੰ ਨਾਮਦੇਵ ਜੀ ਕਹਿੰਦੇ ਧੰਨੇ ਧੰਨੇ ਓ ਰਾਮ ਬੇਨ ਬਾਜੈ, ਮਾਧੁਰ ਮਾਧੁਰ ਧੁਨੇ ਆਨ ਹੱਦ ਗਾਜੈ। ਇਸ ਕਰਕੇ ਇਹ ਸਾਰੀ ਅੰਦਰਲੀ ਖੇਡ ਹੈ। ਰਹਾਉ ਦੀ ਤੁਕ ਹੈ ਕੈਸੀ ਆਰਤੀ ਹੋਏ ਪਾਵਖੰਡ ਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ। ਸ਼ਬਦ ਹੁਣ ਅਸੀਂ ਸ਼ੁਰੂ ਤੋਂ ਚੱਲਦੇ ਹਾਂ। ਗਗਨ ਮੈਂ ਥਾਲ, ਤੂੰ ਤੇ ਥਾਲ 'ਚ ਦੀਵੇ ਰੱਖਦੇ, ਮੇਰਾ ਅੰਦਰਲਾ ਗਗਨ ਹੀ ਮੇਰਾ ਥਾਲ ਹੈ, ਮੈਂ ਥਾਲ ਹੈ। ਔਰ ਥਾਲ ਦੇ ਲੱਲੇ ਨੂੰ ਔਂਕੜ ਹੈ, ਬਾਹਰਲਾ ਥਾਲ ਨਹੀਂ। ਥਾਲ ਹੈ ਅੰਦਰਲਾ ਸੱਚਾ ਤੇ ਸ਼ਬਦ ਰੂਪੀ ਮੇਰਾ ਮਾਂ ਅੰਦਰ। ਸਾਰਾ ਜਿਹੜਾ ਅੰਦਰ ਥਾਲ ਹੈ ਮੇਰੇ, ਉਹ ਹੈ ਗਗਨ ਖੁਰੜ ਗਿਆ ਮੇਰਾ ਅੰਦਰ। ਗਗਨ ਹੈ ਜਿੱਥੇ ਗਗਨ ਦੇ ਐਸੀ ਚੀਜ਼ ਹੈ ਵੀ ਅਸੀਂ ਹੁਣ ਸਾਫ਼ ਕਰਾਂਗੇ ਵੀ ਗਗਨ ਕਿੱਥੇ ਹੈ। ਧਿਆਨ ਬਾਣੀ 'ਚ ਲੱਭਣ ਨਾਲ ਮਿਲ ਜਾਂਦਾ ਹੈ ਵੀ ਦੋ ਥਾਂ ਧਿਆਨ ਜਾਂਦਾ ਅਭਿਆਸੀ ਦਾ। ਪਹਿਲਾਂ ਜਦੋਂ ਅੰਦਰ ਹਿਰਦੇ ਹਰ 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 ਧੁਨੀ ਉਪਜੀ, ਹਰ ਜਪੀਏ ਮਸਤਕ ਭਾਗ ਜਿਓ। ਅੰਦਰ ਜਿਹੜਾ ਮੂਧਾ ਕਮਲ ਪਿਆ ਉਹ ਕਮਲ ਸਿੱਧਾ ਹੋ ਜਾਂਦਾ, ਉਹ ਚਰਨ ਕਮਲ। ਔਰ ਉਹਦੇ ਅੰਦਰੋਂ ਧੁਨ ਉੱਠਦੀ ਹੈ, ਸਾਊਂਡ ਉੱਠਦੀ ਹੈ। ਉਹ ਹੈ ਵੀ ਬਾਬਾ ਨਾਨਕ ਕਹਿੰਦਾ ਮੇਰਾ ਤਾਂ ਧਿਆਨ ਉਹਦੇ 'ਚ ਹੈ। ਧੁਨ ਮੇ ਧਿਆਨ, ਧਿਆਨ ਮੇ ਜਾਂਦੇ। ਫਿਰ ਅਗਲਾ ਗਗਨ ਜਿਹੜਾ ਖੁੱਲ੍ਹਦਾ ਹੈ, ਉਹਦੇ 'ਚ ਵੀ ਸਾਫ਼ ਲਿਖਦੇ ਨੇ ਕਬੀਰ ਸਾਹਿਬ, ਮਾਈ ਮੋਹੇ ਅਵਰ ਨਾ ਜਾਣਿਓ ਆਨਾਨਾ, ਮੈਨੂੰ ਕੋਈ ਇਹੋ ਜਿਹਾ ਨਾ ਸਮਝੀ। ਮੇਰੇ ਅੰਦਰ ਕੀ ਹੋ ਰਿਹਾ, ਗਗਨ ਮੰਡਲ ਮੇ ਧਿਆਨ ਆਨ। ਤੂੰ ਅੰਦਰ ਦੋ ਥਾਂ ਅੰਦਰ ਹਿਰਦੇ 'ਚ, ਉਸ ਤੋਂ ਬਾਅਦ ਗਗਨ ਮੰਡਲ ਖੁੱਲ੍ਹਦਾ। ਤੁਮਾਈ ਮੋਹੇ ਅਵਰ ਨਾ ਜਾਣਿਓ ਆਨਾਨਾ, ਗਗਨ ਮੰਡਲ ਮੇ ਧਿਆਨ ਆਨਾ। ਕਬੀਰ ਸਾਹਿਬ ਦੀ ਸ਼ਬਦ ਹੈ, ਕਹਿੰਦੇ ਤੂੰ ਲਗਾਮ ਪਾ ਇਸ ਮਨ ਨੂੰ। ਕਾਹਦੀ? ਨਾਮ ਜਪਣ ਦੀ, ਜਿਹੜਾ ਮੂੰਹ ਨਾਲ ਨਾਮ ਜਪਣਾ। ਔਰ ਜਿੱਦਾਂ ਊਂਠ ਦੇ ਨੱਕ 'ਚ ਨਕੇਲ ਪਾਈ ਦੀ ਹੈ, ਉਹਨੂੰ ਮੁਹਾਰ ਕਹਿੰਦੇ ਆ। ਕਹਿੰਦੇ ਇਹ ਵੀ ਸ਼ਬਦ ਜਪਣ ਦੀ ਪਾ, ਤਾਂ ਕਿ ਜਿਹੜਾ ਮਨ ਹੈ ਊਂਠ ਵਾਂਗੂ ਔਰ ਸਾਰਾ ਘੋਲ ਉੱਧਰ ਅੰਦਰ ਫੇਰੇ, ਮੂੰਹ 'ਚ ਲਗਾਮ ਦੇ ਵੀ ਜਪ ਜਪ ਕੇ ਆਪਣੇ ਮਨ ਨੂੰ ਕਾਬੂ ਕਰ। ਇੱਥੋਂ ਸ਼ਬਦ ਸ਼ੁਰੂ ਕਰਦੇ, ਦੇ ਮੁਹਾਰ ਲਗਾਮ ਪਰਾਮੂ। ਔਰ ਇਹਦੇ 'ਤੇ ਜੀਨ ਕੀ ਪਾ, ਜਿਹੜਾ ਕਾਠੀ ਦੇ ਥੱਲੇ ਜੀਨ ਪਾਉਂਦੇ ਨਮ ਦਾ, ਔਰ ਫਿਰ ਘੋੜੇ 'ਤੇ ਚੜ੍ਹਦੇ ਆ। ਉਹ ਕਹਿੰਦਾ ਕਾਠੀ ਜਿਹੜੀ ਹੈ ਉਹਦੇ ਥੱਲੇ ਜਿਹੜੀ ਜੀਨ ਹੈ, ਮੈਂ ਸਾਰੀ ਦੁਨੀਆ ਤਿਆਗਤੀ ਔਰ ਮੇਰਾ ਧਿਆਨ ਅੰਦਰ ਹੈ। ਸਗਲ ਤਜੀਨ, ਮੈਂ ਤਾਂ ਦਿੱਤੀ ਸਾਰੀ ਦੁਨੀਆ, ਸਗਲ ਤਜੀਨ ਔਰ ਗਗਨ ਦਰਾਮੂ। ਫਿਰ ਮਨ ਅੰਦਰ ਚੜ੍ਹਨਾ ਸ਼ੁਰੂ ਕਰਦਾ ਹੈ। ਔਰ ਗੁਰੂ ਅਮਰਦਾਸ ਸਾਹਿਬ ਜੀ ਲਿਖਦੇ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ। ਇਸ ਕਰਕੇ ਅੰਦਰ ਮਨ ਚੜ੍ਹਦਾ ਔਰ ਉਹ ਮਨ ਨੂੰ ਘੋੜਾ ਬਣਾਉਂਦੇ ਹੈ। ਸ਼ਬਦ ਦੇਖੋ, ਦੇ ਮੁਹਾਰ ਲਗਾਮ ਪੈਰਾਮੂ, ਸਗਲ ਤਜੀਨ ਗਗਨ ਦੜਾਊਂ। ਹੇ ਮਨ, ਤੈਨੂੰ ਮੈਂ ਅੰਦਰ ਗਗਨਾਂ ਦੀ ਸੈਰ ਕਰਾਉਣਾ। ਔਰ ਫਿਰ ਤੇਰਾ ਮੈਂ ਪਹਿਲਾ ਸਟੇਸ਼ਨ, ਪਹਿਲਾ ਤੈਨੂੰ ਸਾਹ ਕਿੱਥੇ ਦਵਾਉਂਗਾ, ਚੱਲ ਰੇ ਬੈਕੁੰਠ ਤੁਝੇ ਲੈ ਤਾਰੂ। ਜਿੱਥੇ ਬੈਕੁੰਠ ਹੈ ਔਰ ਉੱਥੇ ਤੇਰਾ ਮੈਂ ਤੈਨੂੰ ਪਹਿਲਾ ਸਟਾਪ ਦਾਂਗਾ। ਚੜ੍ਹ ਰੇ ਬੈਕੁੰਠ ਤੁਝੇ ਲੈ ਤਾਰੂ। ਜੇ ਰਾਹ 'ਚ ਤੂੰ ਅੜੀ ਕੀਤੀ, ਮੈਂ ਹੋਰ ਪ੍ਰੇਮ ਨਾਲ ਨਾਮ ਜਪਣਾ। ਹਿਚਹੇ ਕਹਿੰਦੇ ਜਦ ਘੋੜਾ ਅੜੀ ਕਰਦਾ ਕਿਸੇ ਵੇਲੇ, ਹਿਚਹੇ ਤਾਂ ਪ੍ਰੇਮ ਕੇ ਚਾਵਕ ਮਾਰੂ। ਅਤੇ ਰਹਾਉ ਲਾਇਆ, ਆਪਣੇ ਵਿਚਾਰ ਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਧਰ ਲੀਜੇ। ਰਹਾਉ ਦਿਨ 'ਚ ਕਰ ਆਪਣੇ ਅਸੀਂ ਵਿਚਾਰ ਬੰਦ ਕਰਕੇ ਐ ਨਹੀਂ ਤੇ ਸਵਾਰ ਮਨ 'ਤੇ ਹੋਣਾ ਹੈ। ਅੰਦਰ ਜਦੋਂ ਟਿਕਿਆ, ਇਹ ਅੰਦਰ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਔਰ ਗਗਨ ਤੱਕ ਗਾਂਹ ਬਕੌਂਠ ਕਿੱਥੇ ਤੱਕ ਫੈਲਦਾ। ਔਰ ਜੇ ਗਗਨ ਨਾ ਸਮਝਿਆ, ਅਗਲੇ ਜਿਹੜੇ ਕਹਿ ਰਹੇ ਵੀ ਤਾਰਕਾ ਮੰਡਲ, ਸੂਰਜ, ਚੰਦਰਮਾ, ਸਾਰੀਆਂ ਚੀਜ਼ਾਂ ਮੈਨੂੰ ਅੰਦਰ ਹੀ ਨਜ਼ਰ ਆ ਰਹੀਆਂ। ਇਸ ਕਰਕੇ
ਜੋ ਬ੍ਰਹਮੰਡੇ ਸੋਈ ਪਿੰਡੇ, ਪਰ ਜੋ ਖੋਜੇ ਸੋ ਪਾਵੇ। ਪਰ ਖੋਜਣਾ ਵੀ ਅਸੀਂ ਕੋਈ ਇੰਟਲੈਕਚੁਅਲੀ ਨਹੀਂ ਖੋਜ ਸਕਦੇ। ਬਾਣੀ ਚਾਹੁੰਦਾ ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਭਾਗੀ। ਜਿੰਨਾ ਅਸੀਂ ਪਰਮੇਸ਼ਰ ਦੇ ਨਾਮ ਦਾ ਜਪ ਪਿਆਰ ਨਾ ਕਰਾਂਗੇ ਉਹ ਹੈ ਅਸਲ ਖੋਜ। ਔਰ ਅੰਦਰ ਦੇਹ ਮੁਹਾਰ ਲਗਾਮ ਪੈਰਾਵਾਂ, ਸਗਲ ਤਜੀਨ ਗਗਨ ਦਰਾऊं। ਚੱਲ ਰੇ ਬੈਕੁੰਠ ਤਜੇਲੇ ਤਾरूं, हिच हैं तां प्रेम के चावक मारूं। रहाओ आया अपने विचार असवारी कीजै, सहज के पावड़े। जड़ा चौथा पद में सहज है उत्थे तक चढ़नी आ पौडे है। सहज के पावड़े पग धर लीजे, पग कहंदे पैर, इस करके उत्थे पैर धर। पहला स्टैप की है भी मन ते विचार रोक और इत्ते सवार होके अंतर्मुखी होके नाम जप। तो मन पर हो की रहा सी, लोग किताबां पढ़ी जाते, असी सारे ग्रंथ बाणियां सब कुछ पढ़ते हैं, पर कभी मन का आ शब्द नहीं विचारते भी ये की कहते हैं। कबीर साहब कहते अपने विचार सवारी कीजे, सहज के पावड़े पग धर लीजे। रहाओ वेद कतेब जिन्ने भी है सारिया रिलीजियस बुकां पढ़ते हैं, ਕਹਿੰਦੇ ਆ ਇਹਦੇ ਨਾਲੋਂ ਭਲੇ ਅਸਵਾਰਾ ਜਿਹੜਾ ਆਪਣੇ ਮਨ ਦੇ ਅੰਦਰ ਚੜਾਈ ਕਰਕੇ ਚੜ੍ਹਦਾ ਮਨ 'ਤੇ ਔਰ ਤਾਂ ਜਾਂਦਾ ਹੈ ਗਗਨਾਂ 'ਚ। ਉਹ ਕਹਿੰਦੇ ਕਹਿਤ ਕਬੀਰ ਭਲੇ ਅਸਵਾਰਾ, ਆਹੋ ਜਿਹੜਾ ਪਿੱਛੇ ਦੱਸਿਆ। ਪਰ ਵੇਦ ਕਤੇਬ 'ਤੇ ਰਹੇ ਨਰਾਰਾ। ਮੁਸਲਮਾਨਾਂ ਦੀਆਂ ਰਿਲੀਜੀਅਸ ਬੁੱਕ, ਹਿੰਦੂਆਂ ਦੀਆਂ ਰਿਲੀਜੀਅਸ ਬੁੱਕ, ਅੱਜ ਕੱਲ੍ਹ ਸਾਡੀ ਜਿਹੜੀ ਬਾਣੀ ਹੈ ਜਿਹਦੇ 'ਚ ਲਿਖੀ ਜੀ, ਇਹ ਵੀ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਰੇ ਗਿਆਨ ਦਿੰਦਾ ਹੈ। ਗਿਆਨ ਗੁਰੂ ਹੈ ਸਾਡਾ। ਇਸ ਕਰਕੇ ਜਿਹੜਾ ਇਹ ਪੜ੍ਹਦਾ ਹੀ ਰਵੇ ਔਰ ਅੰਦਰਲੀ ਚੜ੍ਹਾਈ ਨਾ ਕਰੇ, ਉਹਦਾ ਅੰਦਰਲੀ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਕਬੀਰ ਸਾਹਿਬ ਨੇ ਅਖੀਰਲਾ ਵੇਦ ਕਤੇਬ 'ਤੇ ਰਹੇ ਨਰਾਰਾ। ਬਹੁਤੀਆਂ ਨੇ ਪੜ੍ਹੇ। ਇੱਥੇ ਤੱਕ ਕਬੀਰ ਸਾਹਿਬ ਲਿਖਦੇ ਮਨ ਸਮਝਾਵਣ ਕਾਰਨੇ ਕੱਛਕ ਪੜ੍ਹੀਏ ਗਿਆਨ। ਜ਼ਿਆਦਾ ਅਭਿਆਸ ਕਰੋ, ਗਿਆਨ ਆਪੇ ਆਈ ਜਾਣਾ। लेकिन बाणी बगैर भी गुजारा नहीं है। इस करके बड़े साहब गोल साडा ज्ञान नहीं है। गोल साडा जो दस रहे ने उत्थे तक असीं पहुँचना अंदर। इस करके दे मुहार लगाम पराऊं, सगल तजीन गगन दराऊं। चढ़ रे बैकुंठ तजीले तारूं, हिच हैं तां प्रेम के चावक मारूं। अपने विचार सवारी कीजै, सहज के पावड़े पग धर लीजै। कहत कबीर भले असवारा, वेद कतेब ते रहे नरारा। इस करके ਜਿਹੜਾ ਗਗਨ ਹੈ ਉਹ ਸਗਲ ਤਜੀਨ, ਗਗਨ 'ਚ ਅੰਦਰ ਚੜ੍ਹਾਈ ਹੋਣੀ ਆ। ਉਹ ਕਹਿੰਦਾ ਮੇਰਾ ਸਾਰਾ ਥਾਲ ਹੈ, ਤਦੇ ਥਾਲ ਦੇ ਲੱਡੇ ਨੂੰ ਔਂਕੜਾ। ਗੁਰੂ ਨਾਨਕ ਕਹਿੰਦਾ ਗਗਨ ਮੇਰਾ ਥਾਲ ਹੈ, ਸਾਰਾ ਅੰਦਰ ਆ ਜਿਹੜਾ ਖੁੱਲ੍ਹ ਜਾਂਦਾ ਹੈ। ਔਰ ਉਹਦੇ ਵਿੱਚ ਸੂਰਜ ਅਤੇ ਚੰਦਰ ਨੇ ਦੋ ਦੀਵੇ ਹੈ। ਤੂੰ ਤੇ ਥਾਲੀ 'ਚ ਦੀਵੇ ਰੱਖਦਾ, ਮੇਰੇ ਰਵੇ ਚੰਦ ਦੀਪਕ। दोनों दीपक मेरे आसमान से घूम रहे दोनों। इस करके रवे चंद दीपक बने और दोनों बन गगन में आया थाल। इत्थे फुल स्टॉप देना, मेरा थाल की है अंदर वाला गगन। रवे चंद दीपक बने दोनों। तू तो दीवे बा, मेरा सूरज तो चंद्रमा ही दीवे है। रवे चंद दीपक बने तारका मंडल जनक मोती। कहते इन्ने तारे चढ़े, इन्नी वो गलैक्सी, इन्ने तारे देखना मैं अंदर अपना। जब गगन खोड़ दिंदा उत्थे रात दिन नहीं हुंदा, उत्थे आले दुआले सब चीज़ां दिखदियां। ये मतलब जो ब्रह्मंडे सोई पिंडे आ जांदा। इस करके दीपक बने, सूरज चंद ते दीपक बन गए। और जी मंडल तान का एक मोती है मेरे जू। थाल च मोती पाना, झूठियां मूर्तां सारे इन्ने कीमती पूजा का तान लैके मोती पाओ जी, च फिर आरती करनी है, फिर धूफ रखदा। हुण धूफ भी दसणगे, कहंदे मेरे मोती की है तारे जेड़े सारे। और तारे वो जी गलैक्सी चढ़ती है सारी, वो सारे तारे जिन्ने हैं बारे दा है लगदा जिद्दां अंदर गगन इन्ना खुल्लिया सी। ते वो कहंदे गगन मैं थाल रवे चंद दीपक बने, तारे का मंडल जनक मोती। धूप मलियान लो, धूप दिखाउंदा, कहंदे धूप नहीं मैनू समुंदर की हवा ही जिहड़ी बाहरली हवा है इहो ही खुशबू दे रही है। और खास सारिया स्टोरी उन्होंने सारिया ने दसिया कि वो समुंदर जगह जिथे शब्द उत्थे हवा च खुशबू है। धूप मैं धूप तापा नहीं साड़ी च रखदा,
ਮਤਲਬ ਆਨੜੋ ਉਹ ਉਸ ਲਫ਼ਜ਼ ਆ ਉਸ ਇਲਾਕੇ ਦਾ, ਔਰ ਮਹਾਰਾਜ ਨੇ ਪਾਇਆ ਮਤਲਬ ਆਨੜੋ ਪਵਨ, ਮਤਲਬ ਆਨੜੋ ਪਵਨ ਪਵਨ ਚਵਰੋ ਕਰੇ, ਨਾਲੇ ਉਹ ਤੂੰ ਤੇ ਆ ਝੂਠਾ ਚੌਰ ਕਰਦਾ ਮੂਰਤੀ ਅੱਗੇ ਐਂ ਫੜ ਕੇ, ਤੇ ਮੈਂ ਮੇਰਾ ਜਿਹੜਾ ਚੌਰ ਆ ਹਵਾ ਕਰ ਰਹੀ ਹੈ, ਹਵਾ ਤੂੰ ਮਲਾਨਡੋ ਪਵਨ ਚਵਰੋ ਕਰੇ, ਸਗੜ ਬਨ ਰਾਏ ਫੂਲੰਤ ਜੋਤੀ। ਕਹਿੰਦੀ ਸਾਰੀ ਵੈਜੀਟੇਸ਼ਨ ਦੁਨੀਆ ਦੇ ਦਰਖਤ ਫੁੱਲ ਧਰਤੀ ਉਹ ਤੂੰ ਫੁੱਲ ਥਾਲ 'ਚ ਪਾਏ ਥੋੜ੍ਹੇ ਜਿਹੇ, ਫਿਰ ਤੂੰ ਐ ਮੂਰਤੀ। ਕਹਿੰਦੇ ਮੇਰੀ ਸਾਰੀ ਦੁਨੀਆ ਦੀ ਜਿਹੜੀ ਵੈਜੀਟੇਸ਼ਨ ਆ ਉਹ ਮੈਂ ਮੇਰੇ ਫੁੱਲ ਨੇ, ਜਿੰਨੀ ਵੀ ਧਰਤੀ ਦੇ ਉੱਤੇ ਵੈਜੀਟੇਸ਼ਨ ਉੱਗੀ ਹੈ। ਸਗੜ ਬਨ ਰਾਏ ਫੂਲੰਤ ਜੋਤੀ। ਫਿਰ ਅੱਗੇ ਰਹਾ ਹੋਇਆ ਆਪਣੇ ਅੰਦਰ ਅਵਸਥਾ ਹੈ, ਦੇਖ ਕੇ ਕਹਿ ਰਹੇ, ਕਹਿੰਦੇ ਰਾਹੋ ਡੜਿਆ ਕੇ ਮੂੰਹੋਂ ਨਿਕਲਿਆ, ਕੈਸੀ ਆਰਤੀ ਹੋਏ ਪਵ ਖੰਡਣਾ, ਇਹ ਤੇਰੀ ਆਰਤੀ ਹੈ। ਔਰ ਅਨਹਤਾ ਸ਼ਬਦ ਵਾਜੰਤ ਪੇਰੀ, ਸਾਰੀ ਖੇਡ ਹੈ, ਇੰਨੀ ਕਮਾਈ ਕਰੋ ਵੀ ਇਹ ਸ਼ਬਦ ਸੁਣ ਲਾ ਪਏ, ਅਨਹਤਾ ਸ਼ਬਦ ਸ਼ਬਦ ਇਹ ਸਾਰੇ ਜਿਹੜੇ ਨਾ ਇਹ ਸੁਣਨਾ ਸ਼ੁਰੂ ਹੋ ਜਾਂਦਾ ਹੈ। ਅਨਹਤਾ ਸ਼ਬਦ ਵਾਜੰਤ ਤੇਰੀ, ਕਈ ਕਿਸਮ ਦੇ ਫਿਰ ਸਾਜ਼ ਧੁਨੀਆਂ ਉੱਠਦੀਆਂ ਉਸ ਵੇਲੇ ਰਹਾਓ। ਕਹਿੰਦੇ ਸਹਿਸਤਾ ਨੈਣ, ਕਹਿੰਦੇ ਤੇਰੀਆਂ ਸਹਿਜ ਕਹਿੰਦੇ ਆ ਸੌ ਸੈਂਕੜੇ ਕਰੋੜੇ ਤੇਰੀਆਂ ਅੱਖਾਂ, ਔਰ ਤੇਰੀ ਇੱਕ ਵੀ ਅੱਖ ਨਹੀਂ। ਤੂੰ ਐਸਾ ਹੈ ਕਿਉਂਕਿ ਸਾਰੇ ਇਨਸਾਨਾਂ ਦੀਆਂ ਜੀਵਾਂ ਦੀਆਂ ਜਿਹੜੇ ਦੇਖ ਸਕਦੇ ਸਾਰਿਆਂ ਦੀਆਂ ਅੱਖਾਂ ਮਹਾਰਾਜ ਕਹਿੰਦੇ ਸਾਰਿਆਂ 'ਚ ਹੀ ਰੱਬ ਹੈ, ਉਹ ਸਾਰੀਆਂ ਤੇਰੀਆਂ ਹੀ ਅੱਖਾਂ, ਕਿਉਂਕਿ ਇਹਨਾਂ ਦੀ ਨੈਣਾ ਦੇਵੀ ਹੁੰਦੀ ਸੀ, ਦੇਵੀ ਦੀਆਂ ਅੱਖਾਂ ਉਹ ਬਣਾਉਂਦੇ ਸਾਰੇ ਉਹਨੂੰ ਪੂਜਣਾ। ਕਹਿੰਦੇ ਤੂੰ ਅੱਖਾਂ ਨੂੰ ਪੂਜਦਾ, ਉਹਦੀਆਂ ਤਾਂ ਕਈ ਹਜ਼ਾਰਾਂ ਹੀ ਅੱਖਾਂ, ਸਹਿਸਤਾ ਨੈਣ। ਪਰ ਫਿਰ ਅੱਗੇ ਕਹਿੰਦੇ ਨਾਨ ਨੈਣ ਹੈ ਤੋਹੇ ਕੋ। ਹੁਣ ਪਾਠ ਕਰਦੇ ਹਾਂ ਕਦੀ ਕਿਸੇ ਨੂੰ ਸਮਝੀਏ ਜੀ, ਇਸੇ ਕਰਕੇ ਪੜ੍ਹਿਆ ਨਹੀਂ ਭੇਦ ਬੁੱਝੀਆਂ ਪਾਵਣਾ। ਬਾਬਾ ਨਾਨਕ ਕਹਿੰਦਾ ਸਹਿਸਤਾ ਨੈਣ, ਨਾਨ ਨੈਣ ਹੈ ਤੋਏ ਕੋ, ਤੇਰੀ ਇੱਕ ਵੀ ਅੱਖ ਨਹੀਂ, ਕਿਉਂਕਿ ਉਹਦੀ ਕੋਈ ਸ਼ਕਲ ਕੋਈ ਨਹੀਂ, ਕੋਈ ਕੁਛ ਨਹੀਂ ਹੈ ਪ੍ਰਹਲਾਦ ਦੀ। ਸਹਿਸਤਵ ਨੈਣ ਨਾਨ ਨੈਣ ਹੈ ਤੋਏ ਕੋ, ਸਹਿਸ ਮੂਰਤੇ, ਤੇਰੀ ਤੇ ਕਈ ਮੂਰਤੀਆਂ ਕਰੋੜਾਂ ਹੀ ਹਜ਼ਾਰਾਂ ਹੀ, ਉਹ ਹੈ ਹਰ ਇਨਸਾਨ ਉਹਦੀ ਸ਼ਕਲ ਹੈ। ਨੈਣ ਦਿਨ ਮੇਂ ਜਬ ਗੌਰ, ਉੱਦਾਂ ਵੀ ਹਰ ਇੱਕ 'ਚ ਰੱਬ ਹੈ, ਸਭ ਉਹਦੀਆਂ ਮੂਰਤੀਆਂ ਹੀ ਹੈ। ਇਸ ਕਰਕੇ ਉਹ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਜਿਹਨੂੰ ਸਾਰਿਆਂ 'ਚ ਰੱਬ ਦੇਖਦਾ। ਇਸ ਕਰਕੇ ਸਹਿਜ ਮੂਰਤੇ ਨਾਨਾਇਕ ਤੋਂ ਹੀ, ਤੇਰਾ ਕੋਈ ਸਰੀਰ ਵੀ ਨਹੀਂ ਹੈ, ਤੇਰਾ ਕੋਈ ਮੂਰਤੀ ਨਹੀਂ ਹੈ। ਇਸ ਕਰਕੇ ਅਗਲਾ ਆਇਆ ਸਹਿਸ ਪਦ ਵਿਮਲ ਨਾਨੇਕ ਪਦ। ਕਹਿੰਦੇ ਤੇਰੇ ਇੰਨੇ ਚਰਨ ਪੈਰ ਜਾਂ ਸਾਰੇ ਜਿੰਨੇ ਸੋਹਣੇ ਅੰਗ ਹੁੰਦੇ ਸਾਰੇ, ਉਹਨਾਂ ਨੂੰ ਕਿਹਾ ਵੀ ਇਹ ਤੇਰਾ ਇੱਕ ਵੀ ਅੰਗ ਨਹੀਂ, ਸਹਿਸ ਪਦ ਵਿਮਲ, ਇੰਨੇ ਸੋਹਣੇ ਤੇਰੇ ਪਦ ਨੇ, ਔਰ ਤੇਰਾ ਇੱਕ ਵੀ ਪੈਰ ਨਹੀਂ ਸੀ। ਇਹ ਸਾਰੀਆਂ ਚੀਜ਼ਾਂ ਪੂਜੀਆਂ ਜਾਂਦੀਆਂ ਸੀ। ਸਹਿਸ ਪਦ ਵਿਮਲ ਨਾਨੇਕ ਪਦ, ਔਰ ਸਾਰੀਆਂ ਨੱਕਾਂ ਤੇਰੀਆਂ ਮੈਂ ਨਾਸਾਂ ਜਿੰਨੀਆਂ, ਜਿਹਨੂੰ ਨਾਸਾਂ ਲੱਗੀਆਂ, ਨੱਕ ਲੱਗੀ ਹੈ, ਕਹਿੰਦੇ ਤੇਰੀ ਇੱਕ ਵੀ ਨੱਕ ਹੈ ਨਹੀਂ। ਤੇ ਉਹ ਕਿੱਡਾ ਗੂੜਾ, ਸਾਰੀਆਂ ਮਤਲਬ ਸਾਰੀ ਸ੍ਰਿਸ਼ਟੀ ਦੀਆਂ ਨੱਕਾਂ ਤੇਰੀਆਂ ਹੀ ਨੱਕਾਂ ਵਾ। ਅਤੇ ਔਰ ਗੰਧ ਉਹਨੂੰ ਕਿਹਾ, ਔਰ ਤੂੰ ਗੰਧ ਬਗੈਰ ਵੀ ਹੈ, ਨੱਕਾਂ ਬਗੈਰ ਵੀ ਹੈ। ਇਸ ਕਰਕੇ ਸਾਰੇ ਅੰਗ ਆ ਰਹੇ ਨੇ, ਸਾਰੀਆਂ ਜੋ ਮੂਰਤੀਆਂ, ਜੋ ਸਾਨੂੰ ਬੁੱਤ ਪ੍ਰਸਤੀ 'ਚ ਕਰਾਇਆ ਜਾਂਦਾ ਹੈ ਸਾਰਾ ਕੁਛ, ਉਹ ਮੂਰਤੀਆਂ ਪੂਜਾ ਸਾਰਾ ਜੋ ਨਾ ਧਿਆਨ 'ਚ ਰੱਖਦੇ ਸੀ, ਆਹ ਚੀਜ਼ਾਂ ਰੱਖਦੇ। ਕਹਿੰਦਾ ਸਹਿਸ ਪਦ ਵਿਮਲ ਨਾਨੇਕ ਪਦ, ਗੰਧ ਵੇਨ ਸਹਿਸਤਵ ਗੰਧ। ਕਹਿੰਦਾ ਮੈਂ ਤੇ ਮੋਹਿਆ ਗਿਆ, ਇਹ ਵੀ ਚੱਲਤ ਤੇਰੇ ਚਾਲੇ ਦੇਖ ਕੇ ਨਾ, ਚੱਲਤ ਕਹਿੰਦੇ ਤੇਰੀ ਚਮਤਕਾਰ ਦੇਖ ਕੇ, ਚਾਲੇ ਤੇ ਅਸੀਂ ਨਹੀਂ ਕਹਿ ਸਕਦੇ, ਪਰ ਕਾਰਮੁਖ ਦੇ ਚਰਿੱਤਰ ਕਹਿੰਦੇ ਤੇਰੇ ਮੈਂ ਇਹ ਚਾਲੇ ਦੇਖ ਕੇ ਮੈਂ ਤੇ ਆਸ਼ਿਕ ਹੋ ਗਿਆ ਤੇਰਾ, ਮੋਹੀ, ਮੈਂ ਤੇਰੇ ਨਾਲ ਅਟੈਚ ਹੋ ਗਿਆ। ਸਹਿਸ ਪਵ ਗੰਧ ਇਹ ਚਲਤ ਮੋਹੀ, ਸਭ ਮੈਂ ਜੋਤ ਹੈ, ਕਹਿੰਦੇ ਸਾਰਿਆਂ 'ਚ ਹੀ ਤੇਰੀ ਜੋਤ ਹੈ। ਔਰ ਸਭ ਮੈਂ ਜੋਤ ਜੋਤੇ ਹੈ ਸੋਏ, ਔਰ ਉਹਦੀ ਜੋਤ ਹੀ ਉਹ ਹੀ ਹੈ ਸਾਰਿਆਂ 'ਚ, ਹਰ ਚੀਜ਼ ਜੋਤ ਹੈ। ਸਰੀਰਾ ਮੇਰਿਆ ਹਰ ਤੁਮਨੇ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਇਸ ਕਰਕੇ ਉਹ ਜੋਤ ਨੂੰ ਪ੍ਰਗਟ ਕਰਨਾ ਹੀ ਸਾਰੀ ਬੰਦਗੀ ਹੈ। ਹਰ ਚੀਜ਼ ਜੋਤ ਹੈ, ਪਰ ਪ੍ਰਗਟ ਕਰਨੀ ਪੈਂਦੀ। ਜਿੱਦਾਂ ਗੁਰੂ ਗੋਪੇ ਆ, ਲੁਕਿਆ ਪਿਆ, ਉਹਨੂੰ ਪ੍ਰਗਟ ਕਰਨਾ ਪੈਂਦਾ। ਕਰ ਪ੍ਰਗਟ, ਇਸ ਤਰ੍ਹਾਂ ਜੋਤ ਵੀ ਅੰਦਰ ਹੈ ਸਭ ਕੁਝ, ਕਿਉਂਕਿ ਜਦੋਂ ਸਰੀਰ ਬਣਦਾ ਉਹਦੀ 'ਚੋਂ ਪਹਿਲਾਂ ਜੋਤ ਰੱਖਦਾ ਹੈ। ਇਹ ਸਰੀਰ ਆ ਮੇਰਿਆ ਹਰ ਤੁਮਨੇ ਜੋਤ ਰੱਖੀ, ਤਾਂ ਤੂੰ ਜੱਗ ਮੇ ਆਇਆ। ਜੋਤ ਬਗੈਰ ਕੁਛ ਨਹੀਂ ਹੈ। ਇਸ ਕਰਕੇ ਸਾਹਮਣੇ ਜੋਤ, ਜੋਤ ਤੇ ਜੋਤੇ ਹੈ ਸੋਏ।
ਤਿਸ ਦੇ ਚਾਨਣੇ, ਕਹਿੰਦਾ ਉਹ ਕਿਸੇ 'ਚ ਚਾਨਣ ਭੇਜੇ, ਸਭ ਵਿੱਚ ਚਾਨਣ ਹੋਏ। ਉਹ ਫਿਰ ਉਹਦੀ ਜਿਹੜੀ ਅੰਦਰ ਰਾਤ ਪਈ ਉਹ ਦਿਨ ਬਣ ਜਾਂਦਾ। ਪਰ ਜਿਸ ਨੂੰ ਦੇਵੇਂ ਤੂੰ, ਹੈ ਅੰਦਰ ਸਭ ਦੇ ਚਾਨਣ, ਲੇਕਿਨ ਕੋ ਹਨੇਰਾ ਪਿਆ ਸੀ ਸਾਨੂੰ ਦਿਸਣਾ, ਲੇਕਿਨ ਉਹ ਦਿਸੇਗਾ, ਅੰਦਰ ਲੋ ਵੀ ਹੋਏਗੀ, ਸਭ ਕੁਛ ਪ੍ਰਕਾਸ਼ ਹੋਏਗਾ। ਤੋ ਤਿਸ ਦਾ ਚਾਨਣੇ, ਉਹ ਚਾਨਣ ਕਰੇਗਾ ਅੰਦਰ, ਸਭ ਮੈਂ ਚਾਨਣ ਹੋਏ। ਉਹ ਸਾਰਿਆਂ 'ਚ ਹੀ ਫਿਰ ਚਾਨਣ ਦਿਸਣ ਲੱਗ ਪੈਂਦਾ ਉਸ ਵਿਆਸੀ ਨੂੰ। ਤਿਸ ਦਾ ਚਾਨਣੇ ਸਭ ਮੈਂ ਚਾਨਣ ਹੋਏ, ਪਹਿਲਾ ਚਾਨਣੇ ਆ, ਫਿਰ ਦੂਸਰਾ ਚਾਨਣ ਹੈ। ਤਿਸ ਦਾ ਚਾਨਣੇ ਸਭ ਮੈਂ ਚਾਨਣ ਹੋਏ। ਔਰ ਗੁਰ ਸਾਖੀ, ਗੁਰੂ ਤੋਂ ਬਗੈਰ ਪ੍ਰਗਟ ਨਹੀਂ ਹੋਣੀ। ਗੁਰ ਸਾਖੀ ਜੋਤੇ ਪ੍ਰਗਟ ਹੋਏ। ਗੁਰੂ ਦਾ ਸ਼ਬਦ ਲੈ, ਗੁਰੂ ਵਾਲਾ ਬਣ, ਬੰਦਗੀ ਕਰ, ਭਗਤੀ ਕਰ, ਲੇਕਿਨ ਗੁਰੂ ਵਾਲਾ ਹੋ ਕੇ। ਔਰ ਸ਼ਬਦ ਜਿਹੜਾ ਪਰਮੇਸ਼ਰ ਦਾ ਲੈ, ਕਿਸੇ ਦੇਵਤੇ ਦਾ ਨਹੀਂ ਸ਼ਬਦ ਜਪਣਾ। ਤਾਂ ਗੁਰ ਸਾਖੀ ਜਿਹੜੀ ਹੈ ਉਹਦੇ ਨਾਲ ਅੰਦਰ ਹੀ ਜੋਤ ਪ੍ਰਗਟ ਹੋ ਜਾਏ। ਨਾਲ ਤੇਰੇ ਗੁਰੂ ਹੋਵੇ ਕੋਈ ਪਿੱਛੇ ਸਾਰਾ, ਲੇਕਿਨ ਸਾਡਾ ਗੁਰੂ ਅਕਾਲ ਪੁਰਖ ਹੈ। ਇਸ ਕਰਕੇ ਜਿਹਦਾ ਵੀ ਅੰਦਰ ਗੁਰੂ ਸਾਰਿਆਂ ਦਾ ਇੱਕੋ ਹੀ ਹੈ। ਗੁਰ ਏਕੋ ਵੇਸ ਅਨੇਕ, ਲੇਕਿਨ ਉਹ ਜਿਹੜਾ ਅਸਲ ਇਸ ਗੁਰ ਵਾਲੀ ਇਸ਼ਾਰਾ, ਇਹ ਅਕਾਲ ਪੁਰਖਾਂ ਦੀ ਇਸ਼ਾਰਾ। ਗੁਰ ਸਾਖੀ ਜੋਤੇ ਪ੍ਰਗਟ ਹੋਏ, ਫਿਰ ਜੋ ਤਿਸ ਭਾਵੈ ਸੋ ਆਰਤੀ ਹੈ। ਕਹਿੰਦੇ ਫਿਰ ਜਿੱਦਾਂ ਦੀ ਮਰਜ਼ੀ ਉਹਨੂੰ ਜਿੱਦਾਂ ਪਾਉਂਦੀ ਹੈ ਨਾ, ਉਹਦੇ ਅੰਦਰ ਹੋਰ ਕਲਾ ਵਰਦੀਆਂ, ਹੋਰ ਉਹਨੂੰ ਦਿਖਦਾ ਸਭ ਕੁਝ। ਇਸ ਕਰਕੇ ਜਿਹੜਾ ਤੈਨੂੰ ਭਾ ਜਾਂਦਾ ਬੰਦਾ, ਸੋ ਆਰਤੀ ਹੋਏ। ਉਹ ਅੰਦਰ ਆਰਤੀ ਆ ਜਾਂਦੀ, ਜਿਹੜੀ ਉਹਨੂੰ ਭਾਉਂਦੀ ਹੁੰਦੀ ਹੈ। ਅੱਗੇ ਚਰਨ ਕਮਲ ਆਏ ਅੰਦਰ, ਧੁਨੀ ਦੇ ਲਾਗੇ ਕੋਈ ਐਸੀ ਚੀਜ਼ ਆ ਬਾਣੀ 'ਚ ਬਾਰ ਬਾਰ ਆਉਂਦੀ, ਕਮਲ ਵਾਂਗੂ ਅਮੂਦੀ ਪਈ, ਉਹ ਸਿੱਧੀ ਹੋ ਜਾਂਦੀ, ਉਹਨੂੰ ਪਰਮੇਸ਼ਰ ਦੇ ਚਰਨ ਕਹੇ ਹੈ। ਔਰ ਚਰਨ ਕਮਲ, ਕਿਉਂਕਿ ਸਾਡੇ ਲਈ ਜਿਹੜੇ ਚਰਨ ਕਮਲ ਹੈ, ਹਿਰਦੇ ਸ਼ਬਦ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਨ ਨਾਨਕ ਬੰਧਿਓ ਪਾਲ। ਸਾਡੀ ਸਾਰੀ ਬਾਣੀ 'ਚ ਜਿੱਥੇ ਚਰਨ ਆ ਜਾਣ, ਕਮਲ ਆ ਜਾਏ, ਉਹ ਹੈ ਹਿਰਦੇ ਚਰਨ ਸ਼ਬਦ ਸਤਿਗੁਰ ਕੋ। ਹਿਰਦੇ 'ਚ ਉਤਰ ਜਾਂਦਾ, ਔਰ ਉਹਨੂੰ ਸ਼ਬਦ ਨੂੰ ਚਰਨ ਕਿਹਾ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਆਹਾ ਮਕਰੰਦ ਕਹਿੰਦੇ ਖੁਸ਼ਬੂਆਂ ਨੂੰ। ਇੰਨੀਆਂ ਜਨ ਨਾਨਕ ਮੁਸ਼ਕ ਚਕੋਲਿਆ ਸਭ ਜਨ, ਇੰਨੀਆਂ ਖੁਸ਼ਬੂਆਂ ਆ ਰਹੀਆਂ। ਕਹਿੰਦੇ ਜੋ ਤਿਸ ਭਾਵੇ। ਉਹ ਜਦੋਂ ਆਰਤੀ ਸ਼ੁਰੂ ਹੋ ਜਾਂਦੀ, ਉੱਥੋਂ ਬਾਅਦ ਇਹ ਅੰਕ ਆਇਆ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਮੇਰਾ ਮਨ ਤੇ ਲਿਬੜ ਗਿਆ ਨਾ, ਲੇਥੂ ਪੇਥੂ ਹੋ ਗਿਆ। ਲੋਭਿਤ ਮਨੋ, ਮੇਰਾ ਮਨ ਤੇ ਇੰਨੀ ਖੁਸ਼ਬੂ ਆ ਰਹੀ ਹੈ, ਅਤੇ ਇਸ ਕਰਕੇ ਉਹ 'ਚ ਲਿਬੜ ਗਿਆ ਹੈ। ਲੋਭਿਤ ਮਨੋ ਆਮਦਨ ਮੋਹੇ ਆਈ ਪਿਆਸਾ। ਮੇਰੇ ਆਮਦਨ ਇਹੋ ਹੀ ਪਿਆਸ ਰਹਿੰਦੀ ਹੈ, ਮਹਾਰਾਜ ਆਹ ਨਜ਼ਾਰੇ ਨਾ ਪਰ ਹਟਾਈ, ਰਾਤ ਦਿਨ ਰੱਖ ਅੰਦਰ ਇਹੋ ਆਮਦਨ ਮੋਹੇ ਇਹੋ ਹੀ ਪਿਆਸ, ਆਹੀ ਪਿਆਸਾ। ਔਰ ਮੈਨੂੰ ਆਹੋ ਪਿਆਸ ਲੱਗੀ ਹੈ। ਅੱਗੇ ਕਹਿੰਦੇ ਹੁਣ ਮੈਨੂੰ ਇੰਨੀ ਪਿਆਸ ਬੱਬੀਏ ਉਹਨੂੰ ਦੇਖਣ ਆਪਾਂ, ਪਰ ਮੈਨੂੰ ਹੁਣ ਕਿਰਪਾ ਜਲ ਵੀ ਦੇ। ਕਿਰਪਾ ਨਹੀਂ ਪੜ੍ਹਨਾ, ਪੈਰਾਂ 'ਚ ਰਾੜਾ, ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ। ਨਾਨਕ ਬਿਬੀਆ ਬਣਦਾ, ਸਾਰੰਗ ਮੈਨੂੰ ਬਿਬੀਆ। ਕਹਿੰਦੇ ਮੇਰੇ ਮੂੰਹ 'ਚ ਵੀ ਬੂੰਦ ਪਾ ਦੇ ਹੁਣ ਆਪਣੀ ਕਿਰਪਾ ਦੀ। ਔਰ ਨਵੀਂ ਕਿਰਪਾ ਜਲ ਦੇ ਲੱਡੇ ਨੂੰ ਔਂਕੜਾ, ਖਾਸ ਜਲ ਅੰਦਰ ਉਹ ਬੂੰਦ ਵਾਲਾ। ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਤਾਂ ਕਿ ਮੈਂ ਨਾਮ ਦੇ ਵਿੱਚ ਹੀ ਨਿਵਾਸ ਪਾ ਜਾਵਾਂ। ਆਹ ਐਡੀ ਵੱਡਾ ਅੰਦਰਲੀਆਂ ਚੀਜ਼ਾਂ ਇਹ ਆਰਤੀ 'ਚ ਸਾਰੀ। ਇਸੇ ਕਰਕੇ ਜਿਹੜੀ ਆਰਤੀ ਹੈ, ਇਹਦੇ 'ਚ ਜਿਹੜੀਆਂ ਚੀਜ਼ਾਂ ਮਹਾਰਾਜ ਨੇ, ਇੱਕ ਵਾਰੀ ਅਸੀਂ ਸ਼ੁੱਧ ਪੜ੍ਹ ਲਈਏ, ਫਿਰ ਅਸੀਂ ਗਾਂ ਅਗਲਾ ਪ੍ਰਕਰਣ ਲਾਂਗੇ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲੋ ਰਵੇ ਚੰਦ ਦੀਪਕ ਬਨੇ, ਪਾਰਿਕਾ ਮੰਡਲ ਜਨਕ ਮੋਤੀ, ਧੂਪ ਮਲਾਨੜੋ ਪਾਵਨ ਚਵਰੋ ਕਰੇ, ਸਗੜ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ, ਆਨਹਤਾ ਸ਼ਬਦ ਵਾਜੰਤ ਤੇਰੀ ਰਹਾ। ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ, ਆਨਹਤਾ ਸ਼ਬਦ ਵਾਜੰਤ ਤੇਰੀ ਰਹਾ। ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ, ਸਹਿਸ ਮੂਰਤੇ ਨਨਾਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬੇਨ ਸਹਿਸ ਤਵ ਗੰਧ, ਗੰਧ ਬੇਨ ਸਹਿਸ ਤਵ ਗੰਧ। ਇਹ ਵਿਚਲਤ ਮੋਹੀ ਸਭ ਮੈਂ ਜੋਤੇ ਜੋਤੇ ਹੈ ਸੋਏ, ਤਿਸ ਦਾ ਚਾਨਣੇ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋ ਤੇ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ, ਹਰ ਚਰਨ ਕਮਲ ਮਕਰੰਦ
लोभित मनो आमदनो मोहे आही प्यासा। कृपा जल देहे नानक सारिंग को होए जाते तेरा नाए वासा। वाहिगुरु जी का खालसा वाहिगुरु जी की फतेह।